हाँ जी दोस्तों, स्वागत करते हैं ਤੁਹਾਡੇ ਆਪਣੀ ਪੇਰ YouTube ਚੈਨਲ ਆਰਕੇ ਸਟੱਡੀ ਐਗਜ਼ਾਮ ਦੇ ਵਿੱਚ। ਸੋ ਦੋਸਤੋ, FC ਵਾਚਮੈਨ ਦੇ ਰਿਲੇਟਡ ਕੁਝ ਆਪਾਂ ਜੀਕੇ ਦੇ MCQ ਕੁਐਸਚਨ ਡਿਸਕਸ ਕਰਾਂਗੇ, ਜਿਹੜੇ ਕਿ ਟਾਈਪ ਦੇ ਕੁਐਸਚਨ ਪੇਪਰ ਦੇ ਵਿੱਚ ਪੁੱਛੇ ਜਾਣਗੇ ਦੋਸਤੋ। ਤੇ ਤੁਸੀਂ ਵਿਸ਼ਾ ਵੇਖ ਲਿਆ, ਠੀਕ ਹੈ ਜੀ। ਬਹੁਤ ਸਾਰੇ ਬੱਚਿਆਂ ਦੇ ਕਮੈਂਟ ਆ ਰਹੇ ਸੀ ਕਿ ਸਰ ਪੇਪਰ ਕਦੋਂ ਹੋਏਗਾ। ਤਾਂ ਪੇਪਰ ਤੁਹਾਨੂੰ ਦੱਸਦਾ ਗਾਈਜ਼, ਜੋ ਪੇਪਰ ਹੈ ਜਦੋਂ ਵੀ ਲਿਆ ਜਾਵੇਗਾ ਸੋ ਉਹ ਜਨਵਰੀ ਜਾਂ ਫਰਵਰੀ ਦੇ ਵਿੱਚ, ਠੀਕ ਹੈ। ਕਿਉਂਕਿ ਇਹ ਜੋ ਪੋਸਟਾਂ ਆਈਆਂ ਨੇ ਇਹ ਸੈਂਟਰ ਸਰਕਾਰ ਵੱਲੋਂ ਆਈਆਂ ਨੇ, ਜੋ ਕਿ ਪੰਜਾਬ ਦੇ ਵਿੱਚ ਕੱਢੀਆਂ ਗਈਆਂ ਨੇ। ਇਸ ਤਰ੍ਹਾਂ ਹੀ ਹਰਿਆਣੇ ਦੇ ਵਿੱਚ ਵੀ ਪੋਸਟਾਂ ਆਈਆਂ ਨੇ, ਠੀਕ ਹੈ ਜੀ। ਸੋ ਕਿ ਜੋ ਕਿ ਚੋਣ ਜ਼ਾਬਤੇ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ। ਸੋ ਐਗਜ਼ਾਮ ਜ਼ਰੂਰ ਹੋਏਗਾ, ਠੀਕ ਹੈ। ਮਹੀਨਾ ਡੇਢ ਮਹੀਨੇ ਦੇ ਵਿੱਚ ਇਸ ਦਾ ਕੋਈ ਨੋਟੀਫਿਕੇਸ਼ਨ ਆ ਜਾਏਗਾ ਐਗਜ਼ਾਮ ਰਿਲੇਟਡ, ਠੀਕ ਹੈ। ਤੁਸੀਂ ਤਿਆਰੀ ਕਰਦੇ ਰਹੋ। ਸੋ ਵਧੀਆ ਮੌਕਾ ਜੀ ਇਹ, ਸੋ ਆਪਣੇ ਕੋਲ ਨੌਕਰੀ ਲੱਗਣ ਦਾ। ਅਤੇ ਆਪਾਂ ਚੱਲਦੇ ਹਾਂ ਹੁਣ ਕੁਐਸਚਨਾਂ ਦੇ ਵੱਲ। ਫਸਟ ਕੁਐਸਚਨ ਹੈ ਦੋਸਤੋ ਆਪਣੇ ਕੋਲ, ਠੀਕ ਹੈ ਜੀ। ਸੋ ਪਹਿਲਾਂ ਹੀ ਤਰ੍ਹਾਂ ਤੁਹਾਨੂੰ 3 ਸੈਕਿੰਡ ਮਿਲਿਆ ਕਰਨਗੇ ਆਨਸਰ ਦੇਣ ਦੇ ਲਈ, ਅਤੇ ਬਾਅਦ ਦੇ ਵਿੱਚ ਅਸੀਂ ਇਸ ਦਾ ਆਨਸਰ ਦੱਸ ਦਿਆ ਕਰਾਂਗੇ, ਅਤੇ ਨਾਲ ਦੀ ਨਾਲ ਆਪਾਂ ਡਿਟੇਲ ਵੀ ਡਿਸਕਸ ਕਰਦੇ ਚੱਲਾਂਗੇ। ਫਸਟ ਕੁਐਸਚਨ, ਮਾਨਵ ਵਿਕਾਸ ਸੂਚਕਾਂਕ ਜੋ ਕਿ HDI ਹੈ, ਕਿਸ ਸੰਸਥਾ ਵੱਲੋਂ ਬਣਾਇਆ ਗਿਆ ਹੈ। ਯਾਨੀ ਕਿ HDI ਕੀ ਹੈ ਦੋਸਤੋ, ਹਿਊਮਨ ਡਿਵੈਲਪਮੈਂਟ ਇੰਡੈਕਸ। ਇਹ ਕਿਸ ਸੰਸਥਾ ਵੱਲੋਂ ਬਣਾਇਆ ਗਿਆ ਹੈ। ਰਾਈਟ ਆਂਸਰ ਹੈ ਦੋਸਤੋ ਆਪਸ਼ਨ ਨੰਬਰ ਡੀ, UNDP। ਸੋ ਇਹ ਕੀ ਹੈ ਦੋਸਤੋ, ਇਸ ਦੀ ਫੁੱਲ ਫਾਰਮ ਕੀ ਹੈ। ਇਸ ਦੀ ਫੁੱਲ ਫਾਰਮ ਹੈ ਦੀ ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ। ਸੋ ਇਸ ਦੀ ਸਥਾਪਨਾ ਕਦੋਂ ਹੋਈ ਸੀ, 22 ਨਵੰਬਰ 1965 ਦੇ ਵਿੱਚ ਇਸ ਦੀ ਸਥਾਪਨਾ ਹੋਈ ਸੀ। ਸੋ ਇਸ ਦਾ ਹੈੱਡਕੁਆਟਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ, ਉਹ ਹੈ ਜੀ ਨਿਊਯਾਰਕ ਦੇ ਵਿੱਚ, ਠੀਕ ਹੈ। ਨਿਊਯਾਰਕ ਦੇ ਵਿੱਚ ਇਸ ਦਾ ਹੈੱਡਕੁਆਟਰ ਹੈ। ਅਤੇ ਗੱਲ ਹੋਈ ਹੈ ਦੇਖੋ HDI ਦੀ, ਠੀਕ ਹੈ। ਇਸ ਦੇ ਵਿੱਚ ਕਿਹੜੇ ਮੁੱਖ ਵਿਸ਼ੇ ਆ ਜਾਂਦੇ ਨੇ। ਇਸ ਦੇ ਵਿੱਚ ਸਿਹਤ ਆ ਜਾਂਦੀ ਹੈ, ਠੀਕ ਹੈ। ਸਿੱਖਿਆ ਆ ਜਾਂਦੀ ਹੈ, ਇਸ ਦੇ ਵਿੱਚ ਮੁੱਖ ਵਿਸ਼ੇ ਇਹ ਆ ਜਾਂਦੇ ਨੇ। ਅਤੇ ਨਾਲ ਹੀ ਗੱਲ ਹੋਈ ਹੈ HDI ਦੀ, ਠੀਕ ਹੈ। ਕਈ ਵਾਰ ਪੁੱਛ ਲੈਣਾ ਵੀ ਇਹ ਕਿਸ ਦੀ ਦੇਣ ਹੈ ਜੋ HDI ਹੈ। ਇਹ ਹੈ ਦੋਸਤੋ, ਇਸ ਦਾ ਨਾਮ ਯਾਦ ਰੱਖੇ ਤੁਸੀਂ। ਵੈਸੇ ਐਗਜ਼ਾਮ ਦੇ ਵਿੱਚ ਕਈ ਵਾਰ ਐਗਜ਼ਾਮ ਪੁੱਛ ਲਿਆ ਜਾਵੇ ਕੁਐਸਚਨ, ਤਾਂ ਇਹ ਹੈ ਜੀ ਮਹਿਬੂਬ, ਠੀਕ ਹੈ, ਉਲ ਹੱਕ। ਮਹਿਬੂਬ ਉਲ ਹੱਕ ਜੋ ਕਿ ਅਰਥਸ਼ਾਸਤਰੀ ਸੀ, ਉਸ ਉਹਨਾਂ ਦੀ ਦੇਣ ਹੈ ਜੀ ਮਾਨਵ ਵਿਕਾਸ ਸੂਚਕਾਂਕ। ਅਤੇ ਨੈਕਸਟ ਸੰਗਠਨ ਆਪਣੇ ਕੋਲ ਦੇਖੋ ਆਸੀਆਨ, ਠੀਕ ਹੈ। ਸੋ ਇਸ ਦੀ ਫੁੱਲ ਫਾਰਮ ਕੀ ਹੈ, ਦੀ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ, ਠੀਕ ਹੈ। ਸੋ ਇਸ ਦੇ 10 ਦੇਸ਼ ਮੈਂਬਰ ਨੇ, ਠੀਕ ਹੈ, ਅਤੇ ਭਾਰਤ ਇਸ ਦਾ ਮੈਂਬਰ ਨਹੀਂ ਹੈ ਜੀ। ਸੋ ਇਹ ਵੀ ਤੁਸੀਂ ਯਾਦ ਰੱਖਣਾ ਹੈ, ਠੀਕ ਹੈ ਗਾਈਸ। ਵਧਦੇ ਨੈਕਸਟ ਕੁਐਸਚਨ ਦੇ ਵੱਲ। ਨੈਕਸਟ ਕੁਐਸਚਨ ਹੈ, ਭਾਰਤ ਦੇ ਵਿੱਚ ਰਾਸ਼ਟਰੀ ਆਮਦਨ ਦੀ ਗਣਨਾ ਹੇਠਾਂ ਵਿੱਚੋਂ ਕਿਸ ਦੇ ਦੁਆਰਾ ਕੀਤੀ ਜਾਂਦੀ ਹੈ। ਸੋ ਇਹਨਾਂ ਦੇ ਵਿੱਚੋਂ ਜੋ ਰਾਸ਼ਟਰੀ ਆਮਦਨ ਦੀ ਗਣਨਾ ਇਹਨਾਂ ਵਿੱਚੋਂ ਕਿਸ ਦੇ ਦੁਆਰਾ ਕੀਤੀ ਜਾਂਦੀ ਹੈ। ਹਾਂਜੀ ਬਿਲਕੁਲ ਰਾਈਟ ਆਂਸਰ ਤੁਹਾਡਾ ਦੋਸਤੋ ਆਪਸ਼ਨ ਨੰਬਰ C ਰਾਈਟ ਆਂਸਰ, ਕੇਂਦਰੀ ਅੰਕੜਾ ਸੰਗਠਨ, ਜਿਹੜਾ ਕਿ ਭਾਰਤ ਦੇ ਵਿੱਚ ਰਾਸ਼ਟਰੀ ਆਮਦਨ ਦੀ ਗਣਨਾ ਕਰਦਾ ਹੈ। ਅਤੇ ਇਹ ਦੋਸਤੋ ਜੋ ਹੈ ਇੱਕ ਸਰਕਾਰੀ ਏਜੰਸੀ ਹੈ, ਜਿਹੜੀ ਕਿ ਅੰਕੜਿਆਂ ਨੂੰ ਵਿਕਸਿਤ ਕਰਨ ਦੇ ਲਈ ਜ਼ਿੰਮੇਵਾਰ ਹੈ, ਠੀਕ ਹੈ ਜੀ। ਸੋ ਇੱਕ ਲੈਮ ਗ੍ਰਾਫਿਕਲ ਯੂਨਿਟ ਹੁੰਦੀ ਹੈ, ਜਿਹੜੀ ਕਿ ਦਿੱਲੀ ਦੇ ਵਿੱਚ ਸਥਿਤ ਹੈ, ਠੀਕ ਹੈ। ਕੇਂਦਰੀ ਅੰਕੜਾ ਸੰਗਠਨ ਯਾਦ ਰੱਖਿਓ। ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ, ਬੁੱਲ ਅਤੇ ਵੀਰ ਸ਼ਬਦਾਵਲੀ ਦਾ ਸੰਬੰਧ ਕਿਸ ਨਾਲ ਹੈ। ਬੁੱਲ ਅਤੇ ਵੀਰ ਸ਼ਬਦਾਵਲੀ ਹੈ ਜੋ, ਸੋ ਇਹਨਾਂ ਦਾ ਸੰਬੰਧ ਕਿਸ ਦੇ ਨਾਲ ਹੈ ਜੀ। ਬਿਲਕੁਲ ਰਾਈਟ ਆਂਸਰ ਆਪਸ਼ਨ ਨੰਬਰ A, ਸਟਾਕ ਮਾਰਕੀਟ ਦੇ ਨਾਲ। ਸਟਾਕ ਮਾਰਕੀਟ ਦੇ ਨਾਲ ਸੰਬੰਧ ਹੈ ਜੀ ਬੁੱਲ ਅਤੇ ਵੀਰ ਸ਼ਬਦ ਦਾ। ਅਤੇ ਦੋਸਤੋ ਕੀ ਹੈ ਅਸਲ ਦੇ ਵਿੱਚ ਇਹ ਬੁੱਲ ਅਤੇ ਵੀਰ। ਸੋ ਇਹ ਸਟਾਕ ਮਾਰਕੀਟ ਹੈ ਜੋ, ਸੋ ਇਹ ਸ਼ੇਅਰ ਬਾਜ਼ਾਰਾਂ, ਸਟਾਕਾਂ 'ਤੇ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਦਾ ਇਕੱਠ ਹੁੰਦਾ ਹੈ, ਠੀਕ ਹੈ, ਜਿਹੜਾ ਕਿ ਕਾਰੋਬਾਰਾਂ 'ਤੇ ਮਾਲਕੀ ਦਾਅਵਿਆਂ ਨੂੰ ਦਰਸਾਉਂਦਾ ਹੈ। ਸੋ ਇਸ ਦੇ ਵਿੱਚ ਜਨਤਕ ਸਟਾਕ ਜਿਹੜੇ ਕਿ ਸੂਚੀਬੱਧ ਪ੍ਰਤੀਭੂਤੀ ਹੁੰਦੀਆਂ ਨੇ ਉਹ ਸ਼ਾਮਲ ਹੋ ਸਕਦੀਆਂ ਨੇ ਇਸ ਦੇ ਵਿੱਚ, ਸਟਾਕ ਮਾਰਕੀਟ ਦੇ ਵਿੱਚ, ਠੀਕ ਹੈ ਜੀ। ਅਤੇ ਇਹ ਕੁਐਸਚਨ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਪੁੱਟ ਹੋਇਆ ਹੈ। ਸੋ ਲਾਜ਼ਮੀ ਜੀ ਦੁਬਾਰਾ ਪੁੱਛਿਆ ਜਾ ਸਕਦਾ ਹੈ। ਸੋ ਯਾਦ ਰੱਖਿਓ ਸਟਾਕ ਮਾਰਕੀਟ ਦਾ ਸੰਬੰਧ ਹੈ ਜੀ ਬੁੱਲ ਅਤੇ ਵੀਰ ਸ਼ਬਦਾਵਲੀ। ਨੈਕਸਟ ਕੁਐਸਚਨ, 1 ਰੁਪਏ ਦੇ ਨੋਟ ਉੱਤੇ ਕਿਸ ਦੇ ਹਸਤਾਖਰ ਹੁੰਦੇ ਨੇ। ਹਾਂਜੀ 1 ਰੁਪਏ ਦੇ ਨੋਟ ਉੱਤੇ ਕਿਸ ਦੇ ਸਿਗਨੇਚਰ ਹੁੰਦੇ ਨੇ। ਸੋ ਦੋਸਤੋ ਬਿਲਕੁਲ ਰਾਈਟ ਆਂਸਰ ਆਪਸ਼ਨ ਨੰਬਰ C, ਵਿੱਤ ਮੰਤਰਾਲੇ ਦੇ ਸਚਿਵ ਦੇ, ਠੀਕ ਹੈ ਜੀ। ਸੋ RBI ਗਵਰਨਰ ਨਹੀਂ ਹੋਏਗਾ, ਕਿਉਂਕਿ ਜੇ ਇੱਥੇ ਪੁੱਛਿਆ ਜੀ 1 ਰੁਪਏ ਦੇ, ਵਿੱਤ ਮੰਤਰਾਲੇ ਸਚਿਵ ਦੇ ਹੁੰਦੇ ਨੇ ਸੈਕਟਰੀ ਮਿਨਿਸਟਰ ਆਫ ਫਿਨਾਂਸ, ਠੀਕ ਹੈ ਜੀ। ਅਤੇ ਇਹਦਾ ਬਿਲਕੁਲ ਰਾਈਟ ਆਂਸਰ ਆਪਸ਼ਨ ਨੰਬਰ C। ਅਤੇ ਕਈ ਵਾਰ ਪੁੱਛ ਲਿਆ ਐਗਜ਼ਾਮ ਦੇ ਵਿੱਚ ਜੋ ਇਕਨੋਮਿਕਸ ਅਫੇਅਰ ਸੈਕਟਰੀ ਕੌਣ ਨੇ। ਇਕਨੋਮਿਕਸ ਅਫੇਅਰ ਸੈਕਟਰੀ ਤਾਂ ਉਹਨਾਂ ਦਾ ਨਾਮ ਹੈ ਜੀ ਅਜੇ ਸੇਠ, ਠੀਕ ਹੈ। ਅਜੇ ਸੇਠ ਉਹਨਾਂ ਦਾ ਨਾਮ ਹੈ। ਅਤੇ ਨਾ ਹੀ ਰੈਵਨਿਊ ਸੈਕਟਰੀ ਪੁੱਛ ਲੈਂਦੇ ਨੇ ਤਾਂ ਉਹਨਾਂ ਦਾ ਨਾਮ ਹੈ ਤਰੁਣ ਬਜਾਜ, ਠੀਕ ਹੈ। ਰੈਵਨਿਊ ਸੈਕਟਰੀ ਨੇ ਤਰੁਣ ਬਜਾਜ, ਅਤੇ ਇਕਨੋਮਿਕ ਅਫੇਅਰ ਸੈਕਟਰੀ ਨੇ ਜੀ ਕੌਣ, ਅਜੇ ਸੇਠ। ਸੋ ਇਹਨਾਂ ਦੋਨਾਂ ਦਾ ਨਾਮ ਯਾਦ ਰੱਖਿਓ, ਐਗਜ਼ਾਮ ਦੇ ਵਿੱਚ ਪੁੱਛ ਲਏ ਜਾਂਦੇ ਨੇ। ਨੈਕਸਟ ਕੁਐਸਚਨ, ਵਿੱਤੀ ਸੰਸਾਰ ਦੇ ਵਿੱਚ ਵਰਤੇ ਜਾਣ ਵਾਲੇ
ਪੱਤਰ ਯਾਨੀ ਕਿ FDI ਜੋ ਦੇ ਵਿੱਚ ਅੱਖਰ ਜੋ F ਹੈ ਉਹ ਕੀ ਦਰਸਾਉਂਦਾ ਹੈ। ਤੁਹਾਨੂੰ ਵੇਖਿਆ ਹੋਣਾ ਐਗਜ਼ਾਮ ਦੇ ਵਿੱਚ ਬਹੁਤ ਕੁਐਸਚਨ ਇਸ ਤਰ੍ਹਾਂ ਦੇ ਬਣਦੇ ਨੇ, ਠੀਕ ਹੈ ਜੀ। ਜਿਵੇਂ ਇਹ ਆਪਾਂ ਨੂੰ ਦਿੱਤਾ FDI, ਸੋ ਇਸ ਦੇ ਵਿੱਚੋਂ ਪੁੱਛਿਆ ਗਿਆ ਆਪਾਂ ਨੂੰ ਜੋ ਕਿ F ਸ਼ਬਦ ਹੈ, ਸੋ ਇਸ ਦਾ ਸੋ ਕੀ ਦਰਸਾਉਂਦਾ, ਇਸ ਦੇ ਵਿੱਚ ਕੀ ਫੁੱਲ ਫਾਰਮ ਹੈ ਇਸ ਦੀ। ਤਾਂ ਦੋਸਤੋ ਜੋ FDI ਹੈ ਸੋ ਇਸ ਦੀ ਫੁੱਲ ਫਾਰਮ ਕੀ ਹੈ ਪੂਰੀ, ਸੋ ਇਸ ਦੀ ਫੁੱਲ ਫਾਰਮ ਹੈ ਫੋਰੇਨ ਡਾਇਰੈਕਟ ਇਨਵੈਸਟਮੈਂਟ, ਠੀਕ ਹੈ ਜੀ। ਤਾਂ ਤੁਹਾਨੂੰ ਪਤਾ ਲੱਗ ਗਿਆ, ਸੋ F ਦੀ ਫੁੱਲ ਫਾਰਮ ਕੀ ਹੋਏਗੀ, ਸੋ ਇਸ ਦੀ ਹੈ ਫੋਰੇਨ। ਤਾਂ ਆਪਸ਼ਨ ਨੰਬਰ C ਬਿਲਕੁਲ ਰਾਈਟ ਆਂਸਰ ਹੈ, ਠੀਕ ਹੈ ਜੀ। ਤਾਂ FDI ਦੀ ਗੱਲ ਹੋਈ ਹੈ ਤਾਂ ਜੋ ਵਿੱਤੀ ਸਾਲ ਸੀ 2020 ਪਿਛਲੇ ਵਾਰੀ, ਠੀਕ ਹੈ, ਉਸ ਦੇ ਵਿੱਚ ਸਭ ਤੋਂ ਜ਼ਿਆਦਾ ਜੋ ਇਕੁਇਟੀ ਪ੍ਰਵਾਹ ਰਿਹਾ ਸੀ ਉਹ ਸਿੰਗਾਪੁਰ ਦੇ ਰਿਹਾ ਸੀ, ਠੀਕ ਹੈ ਜੀ 2020 ਦੇ ਵਿੱਚ। ਉਸ ਤੋਂ ਬਾਅਦ ਸੀ ਮੌਰੀਸ਼ੀਅਸ ਦਾ, ਠੀਕ ਹੈ ਜੀ। ਸੋ ਇਹਨਾਂ ਦੇ ਵਿੱਚ ਕੋਈ ਵੀ ਅੱਖਰ ਪੁੱਛ ਲਿਆ ਜਾਵੇ ਤਾਂ ਤੁਸੀਂ ਯਾਦ ਰੱਖਣਾ ਹੈ, ਸੋ ਫੋਰੇਨ ਡਾਇਰੈਕਟ ਇਨਵੈਸਟਮੈਂਟ। ਨੈਕਸਟ ਕੁਐਸਚਨ, ਭਾਰਤ ਦਾ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਹੈ। ਸੋ ਦੋਸਤੋ ਇਕਨੋਮਿਕਸ ਨਾਲ ਕੁਐਸਚਨ ਨੇ ਕੁਛ ਇਹ, ਠੀਕ ਹੈ ਜੀ। ਤੁਹਾਨੂੰ ਅਜੀਬ ਜਿਹੇ ਲੱਗ ਜਾਂਦੇ ਕੁਐਸਚਨ, ਬਟ ਇਹੋ ਜਿਹੇ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛ ਲਏ ਜਾਂਦੇ ਨੇ। ਤਾਂ ਆਪਸ਼ਨ ਨੰਬਰ D ਬਿਲਕੁਲ ਰਾਈਟ ਆਂਸਰ ਹੈ ਜੀ, ਮੁੰਬਈ, ਠੀਕ ਹੈ, ਜੋ ਕਿ ਭਾਰਤ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ ਮੰਨਿਆ ਗਿਆ ਹੈ ਜੀ ਮੁੰਬਈ, ਠੀਕ ਹੈ। ਸੋ ਯਾਦ ਰੱਖਿਓ ਆਪਸ਼ਨ ਨੰਬਰ D ਬਿਲਕੁਲ ਰਾਈਟ ਆਂਸਰ ਹੈ। ਨੈਕਸਟ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਬਲੈਕ ਗੋਲਡ ਕਿਹਾ ਜਾਂਦਾ ਹੈ ਜੀ। ਹਾਂਜੀ ਦੋਸਤੋ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਗਿਆ, ਠੀਕ ਹੈ ਜੀ, ਤੁਹਾਨੂੰ ਆਨਸਰ ਇਸਦਾ ਪਤਾ ਹੋਣਾ ਚਾਹੀਦਾ ਹੈ। ਤਾਂ ਦੋਸਤੋ ਜਿਸ ਨੂੰ ਬਲੈਕ ਗੋਲਡ ਕਿਹਾ ਜਾਂਦਾ ਆਪਸ਼ਨ ਨੰਬਰ B ਪੈਟਰੋਲੀਅਮ ਨੂੰ ਜੀ, ਠੀਕ ਹੈ। ਸੋ ਪੈਟਰੋਲੀਅਮ ਨੂੰ ਕਿਹਾ ਜਾਂਦਾ ਹੈ ਬਲੈਕ ਗੋਲਡ। ਅਤੇ ਕਈ ਵਾਰ ਆਪਸ਼ਨ ਦੇ ਵਿੱਚ ਕੱਚਾ ਤੇਲ ਵੀ ਦਿੱਤਾ ਹੁੰਦਾ ਹੈ, ਸੋ ਉਹ ਵੀ ਰਾਈਟ ਹੋ ਜਾਏਗਾ, ਕਿਉਂਕਿ ਦੋਸਤੋ ਜੋ ਕਿ ਪੈਟਰੋਲੀਅਮ ਹੈ ਉਸ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ। ਸੋ ਇਹ ਕਾਲੇ ਸੋਨੇ ਦਾ ਇੱਕ ਕੱਚਾ ਤੇਲ ਹੈ ਜੋ ਕਿ ਧਰਤੀ ਦੇ ਵਿੱਚੋਂ ਕੱਢਿਆ ਜਾਂਦਾ ਜੀ, ਠੀਕ ਹੈ। ਸੋ ਇਸ ਦਾ ਜੋ ਮੁੱਲ ਹੁੰਦਾ ਬਹੁਤ ਜ਼ਿਆਦਾ ਹੁੰਦਾ, ਠੀਕ ਹੈ, ਅਤੇ ਇਹ ਸੀਮਿਤ ਮਾਤਰਾ ਵਿੱਚ ਹੁੰਦਾ ਹੈ, ਠੀਕ ਹੈ ਜੀ। ਅਤੇ ਇਸ ਨੂੰ ਬਣਾਉਣ ਦੇ ਵਿੱਚ ਵੀ ਕਈ ਲੱਖਾਂ ਸਾਲ ਲੱਗ ਜਾਂਦੇ ਨੇ, ਠੀਕ ਹੈ, ਅਤੇ ਉਦਯੋਗਾਂ ਦੇ ਵਿੱਚ ਵੀ ਬਹੁਤ ਉਪਯੋਗੀ ਮੰਨਿਆ ਗਿਆ ਇਹ। ਸੋ ਕਿਉਂਕਿ ਇਸ ਨੂੰ ਸੋਨੇ ਵਾਂਗ ਜੋ ਕਿ ਕੀਮਤੀ ਮੰਨਿਆ ਗਿਆ ਪੈਟਰੋਲ ਨੂੰ, ਠੀਕ ਹੈ। ਸੋ ਯਾਦ ਰੱਖਿਓ ਬਲੈਕ ਗੋਲਡ ਕਿਸ ਨੂੰ ਕਿਹਾ ਗਿਆ ਜੀ, ਪੈਟਰੋਲੀਅਮ ਨੂੰ। ਨੈਕਸਟ ਕੁਐਸਚਨ, ਇਹਨਾਂ ਦੇ ਵਿੱਚੋਂ ਕਿਹੜੀ ਕੰਪਨੀ ਨਵਰਤਨ ਕੰਪਨੀ ਦੇ ਵਿੱਚ ਸ਼ਾਮਲ ਹੈ। ਜਿਹੜੀ ਕਿ ਨਵਰਤਨ ਕੰਪਨੀ ਦੇ ਵਿੱਚ ਸ਼ਾਮਲ ਹੈ, ਸੋ ਕਿਹੜੀ ਹੈ ਜੀ। ਸੀ ਦੋਸਤੋ ਬਿਲਕੁਲ ਰਾਈਟ ਆਂਸਰ ਆਪਸ਼ਨ ਨੰਬਰ C MTNL, ਠੀਕ ਹੈ ਜੀ। ਸੋ ਜਿਸ ਦੀ ਫੁੱਲ ਫਾਰਮ ਹੈ ਮਹਾਨਗਰ ਟੈਲੀਫੋਨ ਨਿਗਮ ਲਿਮਟਿਡ, ਠੀਕ ਹੈ ਜੀ। ਯਾਦ ਰੱਖਿਓ ਮਹਾਨਗਰ ਟੈਲੀਫੋਨ ਨਿਗਮ ਲਿਮਟਿਡ। ਅਤੇ ਦੋਸਤੋ ਜੋ MTNL ਹੈ ਸੋ ਇਹ ਮੁੰਬਈ ਅਤੇ ਨਵੀਂ ਦਿੱਲੀ ਦੇ ਜੋ ਮੈਟਰੋ ਸ਼ਹਿਰ ਨੇ, ਠੀਕ ਹੈ, ਉਹ ਅਤੇ ਨਾਲ ਹੀ ਅਫਰੀਕਾ ਦੇ ਜੋ ਮੌਰੀਸ਼ੀਅਸ ਟਾਪੂ ਹੈ ਸੋ ਉਹਨਾਂ ਦੇਸ਼ਾਂ ਦੇ ਵਿੱਚ ਇਹ ਸੇਵਾਵਾਂ ਪ੍ਰਦਾਨ ਕਰਦਾ ਹੈ, ਠੀਕ ਹੈ। ਅਤੇ ਨਾਲ ਗੱਲ ਹੋਈ ਹੈ ONGC ਦੀ, ਸੋ ਇਸ ਦੀ ਫੁੱਲ ਫਾਰਮ ਕੀ ਹੈ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ ਲਿਮਟਿਡ, ਠੀਕ ਹੈ ਜੀ। NTPC, ਸੋ ਇਸ ਦੀ ਫੁੱਲ ਫਾਰਮ ਹੈ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਟਿਡ। ਸੇਲ ਦੀ ਗੱਲ ਹੋਈ ਹੈ ਜੋ ਨੀਚੇ ਹੈ ਆਪਸ਼ਨ D ਦੇ ਵਿੱਚ ਸਟੀਲ ਅਥਾਰਟੀ ਆਫ ਇੰਡੀਆ, ਠੀਕ ਹੈ ਜੀ। ਸੋ ਇਹਨਾਂ ਦੀ ਫੁੱਲ ਫਾਰਮ ਯਾਦ ਰੱਖਿਓ ਤੁਸੀਂ, ਅਤੇ ਇਸ ਦਾ ਆਪਸ਼ਨ ਨੰਬਰ C ਰਾਈਟ ਹੈ। ਅਤੇ ਦੋਸਤੋ ਇੱਕ ਇਹਦੇ ਵਿੱਚ ਮੈਨੂੰ ਕੰਪਨੀ ਦੀ ਯਾਦ ਆ ਗਿਆ 2017 ਦੇ ਵਿੱਚ 2017 ਦੇ ਕਰੰਟ ਅਫੇਅਰ ਦਾ ਕੁਐਸਚਨ ਸੀ ਇੱਕ, ਜਿਹੜੀ ਕਿ ਕੰਪਨੀ ਸੀ ਆਪਣੇ ਕੋਲ ਭਾਰਤ ਸਰਕਾਰ ਦੁਆਰਾ BPCL, ਠੀਕ ਹੈ ਜੀ, BPCL, ਜਿਸ ਨੂੰ ਕਿ ਮਹਾਰਤਨ ਕੰਪਨੀ ਦਾ ਦਰਜਾ ਪ੍ਰਦਾਨ ਕੀਤਾ ਗਿਆ ਸੀ ਭਾਰਤ ਸਰਕਾਰ ਦੇ ਦੁਆਰਾ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਠੀਕ ਹੈ ਜੀ। ਨੈਕਸਟ ਕੁਐਸਚਨ, ਹੇਠ ਲਿਖਿਆਂ ਦੇ ਵਿੱਚੋਂ ਪਹਿਲੀ ਖੇਤੀ ਗਣਨਾ ਕਦੋਂ ਕੀਤੀ ਗਈ ਸੀ। ਹਾਂਜੀ ਦੋਸਤੋ ਬਹੁਤ ਇੰਪੋਰਟੈਂਟ ਕੁਐਸਚਨ ਨੇ ਇਹ ਤੁਹਾਡੇ ਲਈ, ਠੀਕ ਹੈ ਜੀ। ਤੁਹਾਡੇ ਜੇ ਵੀਡੀਓ ਵੇਖ ਰਹੇ ਹੋ, ਜੇ ਕੁਐਸਚਨ ਵਧੀਆ ਲੱਗ ਰਹੇ ਨੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ। ਤਾਂ ਪਹਿਲੀ ਖੇਤੀ ਗਣਨਾ ਕੀਤੀ ਗਈ ਸੀ 1970 ਦੇ ਵਿੱਚ, C ਆਪਸ਼ਨ ਰਾਈਟ ਆਂਸਰ ਹੈ। ਅਤੇ ਨਾਲ ਹੀ ਜੇਕਰ ਵਿਸ਼ਵ ਦੀ ਗੱਲ ਹੋ ਜਾਵੇ ਕਿ ਵਿਸ਼ਵ ਦੇ ਵਿੱਚ ਪਹਿਲੀ ਗਣਨਾ ਕਦੋਂ ਕੀਤੀ ਗਈ ਸੀ, ਉਹ 1930 ਦੇ ਵਿੱਚ ਕੀਤੀ ਗਈ ਸੀ। ਦੋ ਕੁਐਸਚਨ ਇਸ ਦੇ ਵਿੱਚ ਬਣ ਜਾਂਦੇ ਨੇ ਕਈ ਵਾਰ, ਠੀਕ ਹੈ। ਅਤੇ ਜੋ ਖੇਤੀਬਾੜੀ ਗਣਨਾ ਹੈ ਸੋ 10 ਸਾਲਾਂ ਦੇ ਬਾਅਦ ਅੰਤਰਾਲ ਦੇ ਵਿੱਚ ਇਹ ਕੀਤੀ ਜਾਂਦੀ ਹੈ, ਠੀਕ ਹੈ। ਤਾਂ ਦੋਸਤੋ ਯਾਦ ਰੱਖਿਓ ਵਿਸ਼ਵ ਦੇ ਵਿੱਚ ਸੋ 1930 ਦੇ ਵਿੱਚ, ਵੈਸੇ ਪਹਿਲੀ ਖੇਤੀ ਗਣਨਾ ਕੀਤੀ ਗਈ ਸੀ 1970 ਦੇ ਵਿੱਚ। ਨੈਕਸਟ ਕੁਐਸਚਨ, ਰਾਸ਼ਟਰੀ ਕਿਸਾਨ ਆਯੋਗ ਦਾ ਮੁੱਖ ਹੈੱਡਕੁਆਟਰ ਕਿੱਥੇ ਸਥਿਤ ਹੈ। ਨੈਸ਼ਨਲ ਫਾਰਮਰਸ ਕਮਿਸ਼ਨਸ ਲੋਕੇਟਡ, ਠੀਕ ਹੈ ਜੀ। ਹੈੱਡਕੁਆਟਰ ਇਸ ਦਾ ਕਿੱਥੇ ਮੌਜੂਦ ਹੈ। ਬਿਲਕੁਲ ਰਾਈਟ ਆਂਸਰ ਆਪਸ਼ਨ ਨੰਬਰ A ਨਵੀਂ ਦਿੱਲੀ ਦੇ ਵਿੱਚ। ਹਾਂਜੀ ਬਿਲਕੁਲ ਰਾਈਟ ਆਂਸਰ ਤੁਹਾਡਾ ਨਵੀਂ ਦਿੱਲੀ ਦੇ ਵਿੱਚ ਹੈ ਰਾਸ਼ਟਰੀ ਕਿਸਾਨ ਆਯੋਗ ਦਾ ਮੁੱਖ ਹੈੱਡਕੁਆਟਰ। ਨੈਕਸਟ ਕੁਐਸਚਨ, HYV ਪ੍ਰੋਗਰਾਮ ਨੂੰ ਭਾਰਤ ਦੇ ਵਿੱਚ ਡੈਸ਼ ਵੀ ਕਿਹਾ ਜਾਂਦਾ ਹੈ। ਅਤੇ ਦੋਸਤੋ ਜੇਕਰ ਆਪਾਂ ਸਮਝੀਏ ਕਿ FC ਵਾਚਮੈਨ ਦਾ ਐਗਜ਼ਾਮ ਹੈ, ਠੀਕ ਹੈ ਜੀ, ਕੁਐਸਚਨ ਆਸਾਨ ਹੀ ਆਣੇ ਨੇ। ਤਾਂ ਦੋਸਤੋ ਕੰਪੀਟੀਸ਼ਨ ਬਹੁਤ ਹਾਈ ਹੈ, ਸੋ ਇੰਨੇ ਆਸਾਨ ਵੀ ਨਹੀਂ ਆਣੇ, ਠੀਕ ਹੈ ਜੀ। ਸੋ ਲੈਵਲ ਦੇਖਿਆ ਕਰੋ, ਠੀਕ ਹੈ ਜੀ, ਕੁਐਸਚਨ ਦਾ ਕਈ ਵਾਰ ਬਹੁਤ ਨਿਕਾਈ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ।
ਤਾਂ ਤਿਆਰੀ ਵਧੀਆ ਹੋਵੇ ਤਾਂ ਆਪਾਂ ਐਗਜ਼ਾਮ ਨੂੰ ਕਰੈਕ ਕਰ ਸਕਦੇ ਹਾਂ। ਤਾਂ ਦੋਸਤੋ ਗੱਲ ਹੋਈ ਹੈ HYV ਪ੍ਰੋਗਰਾਮ ਦੀ, ਠੀਕ ਹੈ। ਸੋ ਇਸ ਦੀ ਫੁੱਲ ਫਾਰਮ ਕੀ ਹੈ? ਸੋ ਇਸ ਦੀ ਫੁੱਲ ਫਾਰਮ ਹੈ ਹਾਈ ਈਲਡਿੰਗ ਵੈਰਾਈਟੀ ਸੀਡਸ, ਠੀਕ ਹੈ ਜੀ। ਜਿਸ ਦਾ ਮਤਲਬ ਕਿ ਆਪਾਂ ਕਹਿ ਦਿੰਦੇ ਹਾਂ ਉੱਚ ਉਪਜ ਕਿਸਮ ਦੇ ਜਿਹੜੇ ਬੀਜ ਹੁੰਦੇ ਨੇ, ਸੋ ਉਹਨਾਂ ਵਾਸਤੇ ਪ੍ਰੋਗਰਾਮ ਚਲਾਇਆ ਗਿਆ ਸੀ ਇਹ, ਠੀਕ ਹੈ। ਕਦੋਂ ਚਲਾਇਆ ਗਿਆ ਸੀ? 1966 ਦੇ ਵਿੱਚ। 1966 ਦੇ ਵਿੱਚ ਇਹ ਪ੍ਰੋਗਰਾਮ ਚਲਾਇਆ ਗਿਆ ਸੀ ਉੱਚ ਉਪਜ ਕਿਸਮ ਦੇ ਬੀਜ ਦੇ ਪ੍ਰਤੀ, ਠੀਕ ਹੈ। ਅਤੇ ਇਸ ਨੂੰ ਭਾਰਤ ਦੇ ਵਿੱਚ ਡੈਸ ਵੀ ਕਿਹਾ ਜਾਂਦਾ ਹੈ। ਸੋ ਇਸ ਨੂੰ ਭਾਰਤ ਦੇ ਵਿੱਚ ਨਵੀਂ ਖੇਤੀ ਨਵੀਂ ਨੀਤੀ ਦੇ ਨਾਲ ਜਾਣਿਆ ਜਾਂਦਾ ਹੈ, ਨਿਊ ਐਗਰੀਕਲਚਰ ਪਾਲਿਸੀ ਦੇ ਨਾਲ, ਠੀਕ ਹੈ ਜੀ। ਸੋ ਯਾਦ ਰੱਖਿਓ ਕਿਉਂਕਿ ਇਹ ਭਾਰਤ ਦੇ ਵਿੱਚ ਖੇਤੀਬਾੜੀ ਨੀਤੀ ਦਾ ਮੁੱਖ ਹਿੱਸਾ ਰਿਹਾ ਸੀ ਉਸ ਸਮੇਂ 1966 ਦੇ ਵਿੱਚ, ਠੀਕ ਹੈ। ਇਸ ਕਰਕੇ ਇਸ ਨੂੰ ਸੋ ਨਿਊ ਐਗਰੀਕਲਚਰ ਪਾਲਿਸੀ ਦੇ ਨਾਲ ਜਾਣਿਆ ਜਾਂਦਾ ਹੈ, ਨਵੀਂ ਖੇਤੀ ਨੀਤੀ ਦੇ ਨਾਲ, ਠੀਕ ਹੈ। ਯਾਦ ਰੱਖਿਓ ਆਪਸ਼ਨ ਨੰਬਰ ਡੀ ਬਿਲਕੁਲ ਰਾਈਟ ਆਨਸਰ। ਅਤੇ ਇਹੋ ਜਿਹੇ ਕੁਐਸਚਨ ਇੰਪੋਰਟੈਂਟ ਵੀ ਹੁੰਦੇ ਨੇ ਤੁਹਾਡੇ ਲਈ। ਨੈਕਸਟ ਕੁਐਸਚਨ, ਪਹਿਲੀ 5 ਸਾਲਾ ਯੋਜਨਾ ਦੇ ਵਿੱਚ ਕਿਸ ਖੇਤਰ ਨੂੰ ਪ੍ਰਮੁੱਖਤਾ ਦਿੱਤੀ ਗਈ ਸੀ? ਸੋ ਇਹਨਾਂ ਦੇ ਵਿੱਚ ਉਹ ਕੁਐਸਚਨ ਐਗਜ਼ਾਮ ਦੇ ਵਿੱਚ ਜ਼ਰੂਰ ਬਣਦਾ ਹੈ ਗਾਈਜ਼, ਸੋ ਇਹਨਾਂ ਨੂੰ ਜ਼ਰੂਰ ਯਾਦ ਰੱਖਿਓ। ਤਾਂ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ, ਖੇਤੀ ਖੇਤਰ ਦੇ ਵਿੱਚ, ਠੀਕ ਹੈ ਜੀ। ਸੋ ਇਹਨਾਂ ਦੇ ਨਾਲ ਰਿਲੇਟਡ ਇੱਕ ਕੁਐਸਚਨ ਐਗਜ਼ਾਮ ਦੇ ਵਿੱਚ ਹੋਰ ਬਣਦਾ ਹੈ, ਉਹ ਕੁਐਸਚਨ ਕਿਹੜਾ ਹੈ? ਰੁਜ਼ਗਾਰ ਪੈਦਾ ਕਰਨ ਦੇ ਮਾਮਲੇ ਦੇ ਵਿੱਚ ਕਿਹੜੀ ਅਜੇ ਵੀ ਭਾਰਤੀ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਮੰਨੀ ਗਈ ਹੈ? ਤਾਂ ਉਹ ਹੈ ਜੀ ਖੇਤੀਬਾੜੀ, ਠੀਕ ਹੈ। ਤੁਸੀਂ ਇਸ ਦਾ ਆਨਸਰ ਖੇਤੀਬਾੜੀ ਹੀ ਕਰਨਾ ਹੈ। ਅਤੇ ਨਾਲ ਹੀ ਜੇਕਰ ਕੁਐਸਚਨ ਐਗਜ਼ਾਮ ਦੇ ਵਿੱਚ ਬਣ ਜਾਵੇ ਕਿ ਜੋ 5 ਸਾਲਾ ਯੋਜਨਾ ਹੈ, ਠੀਕ ਹੈ ਜੀ, ਸੋ ਇਹ ਕਿਸ ਦੀ ਦੇਣ ਹੈ? ਤਾਂ ਉਹਨਾਂ ਦਾ ਨਾਮ ਹੈ ਦੋਸਤੋ ਜੋਸਫ ਸਟਾਲਿਨ ਦੁਆਰਾ ਇਹ ਸੋ ਲਾਗੂ ਕੀਤੀ ਗਈ ਸੀ। ਸੋ ਉਹਨਾਂ ਦਾ ਨਾਮ ਯਾਦ ਰੱਖਿਓ, 5 ਸਾਲਾ ਯੋਜਨਾ ਜੋਸਫ ਸਟਾਲਿਨ ਦੇ ਦੁਆਰਾ। ਨੈਕਸਟ ਕੁਐਸਚਨ, ਰਾਸ਼ਟਰੀ ਨਿਯੋਜਨ ਦੇ ਵਿੱਚ ਰੋਲਿੰਗ ਪਲਾਨ ਦੀ ਧਾਰਨਾ ਲਾਗੂ ਕੀਤੀ ਗਈ ਸੀ। ਹਾਂਜੀ, ਕਿਸ ਦੇ ਦੁਆਰਾ ਲਾਗੂ ਕੀਤੀ ਗਈ ਸੀ ਇਹ ਰੋਲਿੰਗ ਪਲਾਨ ਦੀ? ਬਿਲਕੁਲ ਰਾਈਟ ਆਨਸਰ ਆਪਸ਼ਨ ਨੰਬਰ ਸੀ, ਜਨਤਾ ਪਾਰਟੀ ਸਰਕਾਰ ਦੇ ਦੁਆਰਾ, ਠੀਕ ਹੈ ਜੀ। ਕਿਉਂਕਿ ਇਹ ਯੋਜਨਾ ਸੋ ਜਨਤਾ ਪਾਰਟੀ ਦੁਆਰਾ ਪੇਸ਼ ਕੀਤੀ ਗਈ ਸੀ, ਜਿਸ ਨੇ ਕਿ ਮੁਰਾਰਜੀ ਦੇਸਾਈ ਸੀ ਜਿਹੜੀ ਕਿ ਸੋ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਬਣਾਈ ਸੀ। ਅਤੇ ਇਸ ਨੇ ਪਿਛਲੀ ਕਾਂਗਰਸ ਸਰਕਾਰ ਦੀ ਜੋ 5ਵੀਂ 5 ਸਾਲਾ ਯੋਜਨਾ ਸੀ ਉਸ ਨੂੰ ਰੱਦ ਕਰ ਦਿੱਤਾ ਸੀ, ਠੀਕ ਹੈ ਜੀ। ਅਤੇ ਰੋਲਿੰਗ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ, ਯਾਨੀ ਕਿ ਆਪਾਂ ਕਹਿ ਦਈਏ 6ਵੀਂ 5 ਸਾਲਾ ਯੋਜਨਾ ਪੇਸ਼ ਕੀਤੀ ਗਈ ਸੀ, ਠੀਕ ਹੈ ਜੀ, ਜਨਤਾ ਪਾਰਟੀ ਸਰਕਾਰ ਦੁਆਰਾ। ਸੋ ਧਾਰਨਾ ਲਾਗੂ ਕੀਤੀ ਗਈ ਸੀ ਰੋਲਿੰਗ ਪਲਾਨ, ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ। ਨੈਕਸਟ ਕੁਐਸਚਨ, ਸੁੰਦਰਰਾਜਨ ਸਮਿਤੀ ਦਾ ਸੰਬੰਧ ਕਿਸ ਦੇ ਨਾਲ ਹੈ ਜੀ? ਹਾਂਜੀ, ਕਿਹੜੇ ਖੇਤਰ ਦੇ ਨਾਲ ਜੁੜੇ ਹੋਏ ਨੇ ਜੀ ਇਹਨਾਂ ਦੇ ਵਿੱਚੋਂ? ਸੁੰਦਰਰਾਜਨ ਸਮਿਤੀ ਦਾ ਸੰਬੰਧ ਸੀ ਪੈਟਰੋਲੀਅਮ ਦੇ ਨਾਲ, ਆਪਸ਼ਨ ਨੰਬਰ ਏ ਰਾਈਟ ਆਨਸਰ, ਠੀਕ ਹੈ ਜੀ। ਕਈ ਵਾਰ ਇਹੋ ਜਿਹੇ MCQ ਕੁਐਸਚਨ ਸਿੱਧੇ ਐਗਜ਼ਾਮ ਦੇ ਵਿੱਚ ਪੁੱਟ ਹੋ ਜਾਂਦੇ ਨੇ, ਜੇਕਰ ਆਪਾਂ ਪੜ੍ਹਿਆ ਹੋਵੇ ਤਾਂ ਰਾਈਟ ਆਨਸਰ ਬਣ ਜਾਂਦਾ ਜੀ। ਸੋ ਆਪਸ਼ਨ ਨੰਬਰ ਏ ਰਾਈਟ ਆਨਸਰ। ਨੈਕਸਟ ਕੁਐਸਚਨ, ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਕਿਸ ਨੇ ਸਥਾਪਿਤ ਕੀਤਾ ਸੀ? ਹਾਂਜੀ, ਨੋਬਲ ਪੁਰਸਕਾਰ ਬਾਰੇ ਤੁਹਾਨੂੰ ਜਾਣਕਾਰੀ ਹੋਣੀ, ਠੀਕ ਹੈ। ਤਾਂ ਪੁੱਛਿਆ ਗਿਆ ਜੋ ਅਰਥ ਸ਼ਾਸਤਰ ਦੇ ਵਿੱਚ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਕਿਸ ਨੇ ਸਥਾਪਿਤ ਕੀਤਾ ਸੀ? ਸੋ ਦੋਸਤੋ ਇਹ ਕੀਤਾ ਸੀ ਸਵੀਡਨ ਦੇ ਸੈਂਟਰਲ ਬੈਂਕ ਦੇ ਦੁਆਰਾ, ਠੀਕ ਹੈ ਜੀ, ਬੀ ਆਪਸ਼ਨ ਰਾਈਟ ਆਨਸਰ। ਸੋ ਇਹੋ ਜਿਹੇ ਕੁਐਸਚਨ ਇੰਪੋਰਟੈਂਟ ਬਹੁਤ ਜ਼ਿਆਦਾ ਨੇ, ਠੀਕ ਹੈ ਜੀ, ਤੁਹਾਨੂੰ ਬਹੁਤ ਘੱਟ ਵੇਖਣ ਨੂੰ ਮਿਲਣਗੇ ਜੀ। ਸੋ ਆਪਣੀ ਵੀਡੀਓ ਦੇ ਵਿੱਚ ਕਰਾਏ ਜਾ ਰਹੇ ਨੇ, ਠੀਕ ਹੈ। ਸੋ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਕਿਸ ਨੇ ਸਥਾਪਿਤ ਕੀਤਾ ਸੀ? ਸਵੀਡਨ ਦੇ ਸੈਂਟਰਲ ਬੈਂਕ ਨੇ, ਬੀ ਆਪਸ਼ਨ ਰਾਈਟ ਆਨਸਰ। ਨੈਕਸਟ ਕੁਐਸਚਨ ਹੈ, ਟ੍ਰਿਪਸ ਅਤੇ ਟ੍ਰਿਮਸ ਪਦ ਕਿਸ ਦੇ ਨਾਲ ਸੰਬੰਧਿਤ ਹੈ? ਤਾਂ ਜੋ ਟ੍ਰਿਪਸ ਅਤੇ ਟ੍ਰਿਮਸ ਇਹ ਦੋਸਤੋ ਸੰਬੰਧ ਨੇ, ਸੰਗਠਨ ਦਾ ਨਾਮ ਹੈ ਬੀ ਆਪਸ਼ਨ ਰਾਈਟ ਆਨਸਰ WTO, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਨਾਲ ਸੰਬੰਧਿਤ ਨੇ ਇਹ। ਅਤੇ ਜੋ ਟ੍ਰਿਪਸ ਹੈ ਸੋ ਇਸ ਦਾ ਮਤਲਬ ਕੀ ਹੈ? ਸੋ ਇਹ ਵਪਾਰਕ ਵਿਸ਼ੇਸ਼ ਅਧਿਕਾਰਾਂ ਦੇ ਵਪਾਰ ਨਾਲ ਜੁੜੇ ਵਿਸ਼ੇ ਹੁੰਦੇ ਨੇ, ਜੋ ਕਿ ਟ੍ਰਿਪਸ ਹੈ ਕਿਸ ਦੇ ਨਾਲ? ਵਪਾਰਕ ਵਿਸ਼ੇਸ਼ ਅਧਿਕਾਰਾਂ ਦੇ ਵਪਾਰ ਦੇ ਨਾਲ। ਅਤੇ ਜੋ ਟ੍ਰਿਮਸ ਹੈ ਸੋ ਇਹ ਵਪਾਰ ਨਾਲ ਜੁੜੇ ਨਿਵੇਸ਼ ਦੇ ਉਪਾਅ ਹੁੰਦੇ ਨੇ, ਠੀਕ ਹੈ ਜੀ। ਸੋ ਇਹ ਵਪਾਰਕ ਦੇ ਨਾਲ ਅਤੇ ਵਪਾਰ ਨਾਲ ਜੁੜੇ ਜੋ ਨਿਵੇਸ਼ ਨੇ ਉਸ ਦੇ ਉਪਾਅ ਹੁੰਦੇ ਨੇ ਜੋ ਟ੍ਰਿਮਸ ਹੈ, ਠੀਕ ਹੈ ਜੀ। ਸੋ ਕਿਸ ਨਾਲ ਸੰਬੰਧ ਨੇ? ਇਹ WTO ਦੇ ਨਾਲ। ਨੈਕਸਟ ਕੁਐਸਚਨ, ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਕਿਹੜੇ ਰਾਜ ਨੇ ਵੈਲਿਊ ਐਡਿਡ ਕਰ ਯਾਨੀ ਕਿ ਵੈਟ ਲਾਗੂ ਕੀਤਾ ਸੀ? ਹਾਂਜੀ ਦੋਸਤੋ, ਪਹਿਲਾਂ ਵੀ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਕੁਐਸਚਨ ਹੋਇਆ ਹੈ, ਤਾਂ ਈਜ਼ਲੀ ਤੁਹਾਨੂੰ ਆਨਸਰ ਪਤਾ ਹੋਣਾ, ਆਪਸ਼ਨ ਨੰਬਰ ਡੀ ਹਰਿਆਣਾ ਨੇ, ਠੀਕ ਹੈ। ਕਈ ਵਾਰ ਈਅਰ ਪੁੱਛ ਲਿਆ ਜਾਵੇ ਕਿ ਸੋ ਇਹ ਲਾਗੂ ਕਰਨ ਵਾਲਾ ਪਹਿਲਾ ਰਾਜ ਹਰਿਆਣਾ ਹੈ, ਤਾਂ ਇਸ ਨੇ ਕਦੋਂ ਲਾਗੂ ਕੀਤਾ ਸੀ? 2003 ਦੇ ਵਿੱਚ, ਠੀਕ ਹੈ। ਸੋ ਸਾਲ ਵੀ ਯਾਦ ਰੱਖਿਓ। ਅਤੇ ਨਾਲ ਹੀ ਦੇਖੋ ਇਹ ਤਾਂ ਆਪਾਂ ਨੂੰ ਪਤਾ ਲੱਗ ਗਿਆ, ਸੋ ਰਾਜ ਦਾ ਹਰਿਆਣਾ ਹੈ। ਬਟ ਜੇਕਰ ਵੈਟ ਲਾਗੂ ਕਰਨ ਵਾਲਾ ਦੇਸ਼ ਪੁੱਛ ਲਿਆ ਵੀ ਪਹਿਲਾ ਦੇਸ਼ ਕਿਹੜਾ ਸੀ, ਤਾਂ ਦੋਸਤੋ ਫਸਟ ਦੇਸ਼ ਸੀ ਜਿਹੜਾ ਉਹ ਸੀ ਫਰਾਂਸ, ਠੀਕ ਹੈ ਜੀ। ਫਰਾਂਸ ਸੀ ਵੈਟ ਲਾਗੂ ਕਰਨ ਵਾਲਾ ਪਹਿਲਾ ਦੇਸ਼, ਤਾਂ ਇਹ ਵੀ ਯਾਦ ਰੱਖਿਓ ਤੁਸੀਂ। ਨੈਕਸਟ ਕੁਐਸਚਨ, ਭਾਰਤ ਦੇ ਵਿੱਚ ਮਾਲ ਅਤੇ ਸੇਵਾ ਕਰ ਯਾਨੀ ਕਿ GST ਕਦੋਂ ਸ਼ੁਰੂ ਕੀਤਾ ਗਿਆ ਸੀ? ਹਾਂਜੀ ਦੋਸਤੋ, ਇਸ ਦੀ ਕਰੈਕਟ ਡੇਟ ਹੈ
ਸੋ ਬੀ ਆਪਸ਼ਨ ਰਾਈਟ ਆਨਸਰ 1 ਜੁਲਾਈ 2017 ਦੇ ਵਿੱਚ। ਠੀਕ ਹੈ ਜੀ, ਅਤੇ ਇਹ 29 ਮਾਰਚ 2017 ਨੂੰ ਸੰਸਦ ਦੇ ਵਿੱਚ ਪਾਸ ਕੀਤਾ ਗਿਆ ਸੀ, ਬਟ ਜੋ ਲਾਗੂ ਸ਼ੁਰੂ ਕੀਤਾ ਗਿਆ ਸੀ 1 ਜੁਲਾਈ 2017 ਦੇ ਵਿੱਚ। ਠੀਕ ਹੈ, ਜੋ GST ਦੋਸਤੋ ਸੋ ਇੱਕ ਅਪਰਤੱਖ ਟੈਕਸ ਹੈ, ਜਿਸ ਨੇ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਜੋ ਅਸਿੱਧੇ ਟੈਕਸ ਨੇ, ਜਿਵੇਂ ਕਿ ਆਪਾਂ ਲਾ ਲਓ ਐਕਸਾਈਜ਼ ਡਿਊਟੀ ਹੁੰਦੀ ਹੈ, ਵੈਟ ਹੁੰਦੀ ਹੈ, ਸੇਵਾਵਾਂ ਟੈਕਸ ਹੁੰਦੇ ਨੇ। ਠੀਕ ਹੈ ਜੀ, ਸੋ ਉਹਨਾਂ ਦੀ ਥਾਂ ਲੈ ਲਈ ਹੈ ਇਹਨਾਂ ਨੇ, ਜਿਹੜਾ ਕਿ 1 ਜੁਲਾਈ 2017 ਨੂੰ ਸ਼ੁਰੂ ਕੀਤਾ ਗਿਆ ਸੀ। ਲਾਸਟ ਕੁਐਸਚਨ ਹੈ ਦੋਸਤੋ ਕਲਾਸ ਦਾ ਆਪਣੇ ਕੋਲ, ਭਾਰਤ ਦੇ ਵਿੱਚ ਬੇਰੁਜ਼ਗਾਰੀ ਦੇ ਅੰਕੜੇ ਇਕੱਠੇ ਅਤੇ ਪ੍ਰਕਾਸ਼ਿਤ ਕੌਣ ਕਰਦਾ ਹੈ ਜੀ? ਹਾਂਜੀ ਦੱਸੋ ਦੋਸਤੋ, ਮੋਸਟ ਇੰਪੋਰਟੈਂਟ ਕੁਐਸਚਨ ਹੈ। ਬੇਰੁਜ਼ਗਾਰੀ ਦੇ ਅੰਕੜੇ ਜੋ ਇਕੱਠੇ ਤੇ ਪ੍ਰਕਾਸ਼ਿਤ ਕਰਦਾ ਜੀ NSSO, ਆਪਸ਼ਨ ਨੰਬਰ C ਰਾਈਟ ਆਨਸਰ। ਠੀਕ ਹੈ ਜੀ, ਸੋ ਇਸ ਦੀ ਫੁੱਲ ਫਾਰਮ ਕੀ ਹੈ? ਸੋ ਇਸ ਦੀ ਫੁੱਲ ਫਾਰਮ ਹੈ ਨੈਸ਼ਨਲ ਸੈਂਪਲ ਸਰਵੇ ਆਫਿਸ, ਜਿਸ ਨੂੰ ਕਿ ਪੰਜਾਬੀ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਰਾਸ਼ਟਰੀ ਨਮੂਨਾ ਸਰਵੇਖਣ ਦਫ਼ਤਰ। ਠੀਕ ਹੈ ਜੀ, ਉਹੀ ਕਰਦਾ ਜੀ ਬੇਰੁਜ਼ਗਾਰੀ ਦੇ ਅੰਕੜੇ ਇਕੱਠੇ। ਅਤੇ ਇੱਥੇ ਦੋਸਤੋ ਆਪਣੀ ਕਲਾਸ ਹੁੰਦੀ ਹੈ ਸਮਾਪਤ। ਆਈ ਹੋਪ ਤੁਹਾਨੂੰ ਸਾਰੇ ਕੁਐਸਚਨ ਚੰਗੀ ਤਰ੍ਹਾਂ ਸਮਝ ਲੱਗ ਗਏ ਹੋਣਗੇ। ਠੀਕ ਹੈ ਜੀ, ਸੋ ਚੈਨਲ 'ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ, ਤਾਂ ਜੋ ਤੁਸੀਂ ਜੋ ਆਉਣ ਵਾਲੇ ਐਗਜ਼ਾਮ ਨੇ ਪੰਜਾਬ ਦੇ, ਸੋ ਉਹਨਾਂ ਦੀ ਤਿਆਰੀ ਸਾਡੇ ਨਾਲ ਜੁੜ ਕੇ ਚੰਗੀ ਤਰ੍ਹਾਂ ਕਰ ਸਕੋ। ਤੁਹਾਡੇ ਲਈ ਇਸ ਤਰ੍ਹਾਂ ਹੀ ਬਿਹਤਰ ਵੀਡੀਓ ਤੁਹਾਡੇ ਲਈ ਪ੍ਰੋਵਾਈਡ ਕਰਦੇ ਰਹਾਂਗੇ। ਅਤੇ ਆਪਣਾ ਟੈਲੀਗ੍ਰਾਮ ਚੈਨਲ ਦਾ ਲਿੰਕ ਹੈ, ਉਹ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ, ਤਾਂ ਤੁਹਾਨੂੰ ਉਸ ਦੇ ਉੱਪਰ PDF ਦੇ ਦਾਂਗੇ ਗਾਈਜ਼। ਸੋ ਟੈਲੀਗ੍ਰਾਮ ਚੈਨਲ ਦੇ ਨਾਲ ਜੁੜ ਜਾਇਓ। ਠੀਕ ਹੈ ਜੀ, ਸੋ ਇਸ ਤਰ੍ਹਾਂ ਦੀਆਂ ਵੀਡੀਓ ਪਾਉਣ ਦੇ ਲਈ ਸਾਡੇ ਚੈਨਲ ਦੇ ਨਾਲ ਬਣੇ ਰਹੋ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਸੋ ਮਿਲਦੇ ਹਾਂ ਨੈਕਸਟ ਟਾਈਮ ਨੈਕਸਟ ਵੀਡੀਓ ਦੇ ਵਿੱਚ। ਤਦ ਲਈ ਓਕੇ, ਥੈਂਕ ਯੂ, ਥੈਂਕਸ ਫॉर ਵਾਚਿੰਗ।